ਰੋਜ਼ਾਨਾ ਲੋਕਨਾਟ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਵਾ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਦੀ। ਅੱਜ ਅਰਵਿੰਦ ਕੇਜਰੀਵਾਲ ਸੀਬੀਆਈ ਦੇ ਸਾਹਮਣੇ ਪੁੱਛਗਿੱਛ ਦੇ ਲਈ ਪੇਸ਼ ਹੋਏ ਨੇ, ਲੇਕਿਨ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਦੀ ਪੇਸ਼ੀ ਤੋਂ ਪਹਿਲਾਂ ਹੀ ਇੱਕ ਵੱਡਾ ਖਦਸ਼ਾ ਜਤਾਇਆ ਗਿਆ ਸੀ। ਖੁਦ ਅਰਵਿੰਦ ਕੇਜਰੀਵਾਲ ਪ੍ਰੈਸ ਕਾਨਫਰੰਸ ਦੌਰਾਨ ਇਸ ਖਦਸ਼ੇ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ। ਆਖਰ ਇਹ ਖਦਸ਼ਾ ਕੀ ਹੈ? ਇਹ ਖਦਸ਼ਾ ਇੰਨਾ ਡਰਾ ਕਿਉਂ ਰਿਹਾ ਹੈ ਆਮ ਆਦਮੀ ਪਾਰਟੀ ਨੂੰ? ਕੀ ਇਹ ਖਦਸ਼ਾ ਸੱਚ ਹੋ ਪਾਏਗਾ? ਅੱਜ ਇਸ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲ ਕਰਾਂਗੇ ਉਹਨਾਂ ਇਲਜ਼ਾਮਾਂ ਦੀ ਜਿਹੜੇ ਇਲਜ਼ਾਮ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਗੁਆਂਢੀ ਸੂਬੇ ਦੇ ਉੱਪਰ ਲਗਾਏ ਗਏ ਨੇ। ਆਖਿਰ ਕਿਹੜੇ ਗੁਆਂਢੀ ਸੂਬੇ ਨੂੰ ਅੱਜ ਟਾਰਗੇਟ ਕੀਤਾ ਗਾ ਆਮ ਆਦਮੀ ਪਾਰਟੀ ਨੇ, ਪੰਜਾਬ ਸਰਕਾਰ ਨੇ, ਤੇ ਕਿੰਨਾ ਮੁੱਦਿਆਂ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਹੋਈਆਂ ਨੇ? ਇਸ ਬਾਰੇ ਵੀ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲ ਕਰਾਂਗੇ ਅੱਜ ਬੀਜੇਪੀ ਨੂੰ ਹੁਲਾਰਾ ਦੇਣ ਦੇ ਲਈ, ਬੀਜੇਪੀ ਦੀ ਜਲੰਧਰ ਜਿਮਨੀ ਚੋਣ ਦੀ ਮੁਹਿੰਮ ਨੂੰ ਹੁਲਾਰਾ ਦੇਣ ਦੇ ਲਈ ਵੱਡੇ ਲੀਡਰ ਦੀ ਅੱਜ ਜਲੰਧਰ ਦੇ ਵਿੱਚ ਫੇਰੀ ਹੈ। ਉਸ ਫੇਰੀ ਤੋਂ ਬਾਅਦ ਕਿੰਨੀ ਕੁ ਮੁਹਿੰਮ ਨੂੰ ਹੁਲਾਰਾ ਮਿਲਦਾ ਹੈ, ਇਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਪੰਜਾਬ ਦੀ ਇਸ ਮੌਜੂਦਾ ਸਥਿਤੀ ਵਿੱਚ ਆਖਰ ਹੁਣ ਆਮ ਆਦਮੀ ਪਾਰਟੀ ਦਾ ਅਗਲਾ ਐਕਸ਼ਨ ਕੀ ਹੋਏਗਾ। ਵਿਸਥਾਰ ਦੇ ਨਾਲ ਗੱਲਬਾਤ ਤੇ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਨੇ ਡਾਕਟਰ ਐਸਪੀ ਸਿੰਘ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ। ਸਵਾਗਤ ਹੈ ਜੀ ਪ੍ਰੋਗਰਾਮ 'ਚ। ਸ਼ੁਕਰੀਆ ਜੀ। ਡਾਕਟਰ ਸਾਹਿਬ, ਅੱਜ ਅਹਿਮ ਦਿਨ ਸੀ ਆਮ ਆਦਮੀ ਪਾਰਟੀ ਦੇ ਲਈ, ਅਰਵਿੰਦ ਕੇਜਰੀਵਾਲ ਦੇ ਲਈ। ਸੀਬੀਆਈ ਦੇ ਵੱਲੋਂ ਉਹਨਾਂ ਨੂੰ ਸੰਮਣ ਕੀਤਾ ਗਿਆ ਸੀ, ਅੱਜ ਪੇਸ਼ ਵੀ ਹੋਏ ਨੇ, ਲੇਕਿਨ ਪੇਸ਼ ਹੋਣ ਤੋਂ ਪਹਿਲਾਂ, ਪੇਸ਼ੀ ਤੋਂ ਪਹਿਲਾਂ ਉਹਨਾਂ ਵੱਲੋਂ ਇੱਕ ਐਡਰੈਸ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਖਦਸ਼ਾ ਜ਼ਾਹਿਰ ਕੀਤਾ ਸੀ। ਇਹ ਖਦਸ਼ਾ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਵੀ ਜਤਾ ਰਹੇ ਨੇ। ਇਹ ਖਦਸ਼ਾ ਗਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ। ਕਿਵੇਂ ਦੇਖ ਰਹੇ ਹੋ ਇਸ ਖਦਸ਼ੇ ਨੂੰ? ਇਹ ਖਦਸ਼ਾ ਆਖਿਰ ਪੈਦਾ ਕਿਉਂ ਹੋਇਆ? ਕਿ ਇਹ ਖਦਸ਼ਾ ਅੱਜ ਸੱਚ ਹੋਏਗਾ? ਕਿ ਅਰਵਿੰਦ ਕੇਜਰੀਵਾਲ ਜਿਸ ਤਰੀਕੇ ਨਾਲ ਕਹਿੰਦੇ ਨਜ਼ਰ ਆਏ ਨੇ ਕਿ ਜੇਕਰ ਭਾਜਪਾ ਦੀ ਸਰਕਾਰ ਨੇ ਹੁਕਮ ਕਰਤੇ ਸੀਬੀਆਈ ਨੂੰ ਤਾਂ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਕਿਵੇਂ ਦੇਖ ਰਹੇ ਹੋ ਇਸ ਪੂਰੀ ਘਟਨਾਕ੍ਰਮ ਨੂੰ? ਦੇਖੋ, ਪਹਿਲੀ ਗੱਲ ਤੇ ਸਾਨੂੰ ਸਪਸ਼ਟ ਹੋ ਕੇ ਚੱਲਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦੀ ਉਪਜ ਜਿਹੜੀ ਹੈ ਉਹ ਸੰਘਰਸ਼ ਦੇ ਨਾਲ ਜੁੜੀ ਹੋਈ ਹੈ, ਔਰ ਸੰਘਰਸ਼ ਦੇ ਵਿੱਚ ਤਰੀਕਾ ਜਿਹੜਾ ਹੈ ਉਹ ਉਹਨਾਂ ਦਾ ਹਮੇਸ਼ਾ ਹੀ ਜਿਹੜਾ ਹੈ ਉਹ ਭੜਕਾਊ ਔਰ ਟਕਰਾਓ ਵਾਲੀ ਸਥਿਤੀ 'ਚ ਹੁੰਦਾ ਸੀ। ਜਦੋਂ ਕੇਜਰੀਵਾਲ ਉਹਨੇ ਚੀਫ ਮਿਨਿਸਟਰ ਦੀ ਲੈਫਟੀਨੈਂਟ ਗਵਰਨਰ ਨਾਲ ਵੀ ਝਗੜੇ ਪੈਂਦੇ ਸਨ, ਉਦੋਂ ਵੀ ਸ਼ੁਰੂ 'ਚ ਇਹਨਾਂ ਨੇ ਧਰਨੇ ਵੀ ਲਾਣੇ, ਸਰਕਾਰ ਨੂੰ ਵੀ ਕਹਿਣਾ, ਫਿਰ ਗ੍ਰਿਫਤਾਰੀਆਂ ਦੀ ਵੀ ਗੱਲ ਕਰਨੀਆਂ। ਅੱਜ ਜਿਹੜੀ ਸਥਿਤੀ ਹੈ, ਆਮ ਆਦਮੀ ਪਾਰਟੀ ਨੂੰ ਸਮਝਣ ਦੀ ਲੋੜ ਹੈ ਕਿ ਹੁਣ ਉਹ ਇੱਕ ਪਾਸੇ ਜਿਹੜੀ ਹੈ ਸੱਤਾ ਧਿਰ ਦੇ ਮਾਲਕ ਨੇ, ਦੂਜੇ ਪਾਸੇ ਉਹ ਵਿਰੋਧੀ ਧਿਰ ਦੇ ਮਾਲਕ ਨੇ, ਔਰ ਇਹ ਸਥਿਤੀ ਸਾਰੀਆਂ ਹੀ ਪਾਰਟੀਆਂ ਨਾਲ ਹੁੰਦੀ ਹੈ। ਭਾਵੇਂ ਬੀਜੇਪੀ ਦੀ ਗੱਲ ਕਰ ਲਈਏ, ਭਾਵੇਂ ਅਸੀਂ ਜਿਹੜੀ ਆਮ ਆਦਮੀ ਪਾਰਟੀ ਦੀ ਕਰ ਲਈਏ ਜਾਂ ਕਾਂਗਰਸ ਦੀ ਗੱਲ ਕਰ ਲਈਏ, ਕਿਸੇ ਸਟੇਟ ਦੇ ਵਿੱਚ ਉਹਨਾਂ ਦਾ ਰਾਜ ਹੈ, ਕਿਤੇ ਨਹੀਂ, ਲੇਕਿਨ ਹਰ ਪੋਲੀਟੀਕਲ ਪਾਰਟੀ ਨੂੰ ਆਪਣੀ ਪੈਂਤੜੇਬਾਜ਼ੀ ਬਣਾਉਣ ਦੇ ਲਈ ਆਪਣਾ ਬਿਹੇਵੀਅਰ ਜਿਹੜਾ ਦੇਖਣਾ ਪਏਗਾ, ਔਰ ਉਸ ਦੇ ਨਾਲ ਹੀ ਉਹਦੇ ਦੂਰ ਰੱਸੀ ਜਿਹੜੇ ਨਤੀਜੇ ਦੇਖਣੇ ਪੈਣਗੇ। ਭਗਵੰਤ ਮਾਨ ਹੋਰੀ ਔਰ ਕੇਜਰੀਵਾਲ ਹੋਰੀ ਕਿਸੇ ਲਈ ਮਾਂ ਸਵਾਦੀ, ਕਿਸੇ ਲਈ ਮਾਂ ਬਾਦੀ ਦੇ ਹਿਸਾਬ ਦੇ ਨਾਲ ਉਹ ਕਹਿੰਦੇ ਕਿ ਜੋ ਅਸੀਂ ਕਰਨੇ ਆ ਉਹ ਤਾਂ ਠੀਕ ਹੈ ਤੇ ਜੋ ਦੂਜੇ ਕਰਦੇ ਨੇ ਉਹ ਗਲਤ ਹੈ। ਜੋ ਪੰਜਾਬ ਵਿੱਚ ਵਿਜੀਲੈਂਸ ਕਰ ਰਹੀ ਹੈ ਉਹੀ ਜਿਹੜੀ ਹੈ ਸੀਬੀਆਈ ਜਿਹੜੀ ਹੈ ਉਹ ਦਲੀਲ ਕਰ ਰਹੀ ਹੈ, ਔਰ ਹਿੰਦੁਸਤਾਨ ਦੇ ਦੂਜੇ ਇਲਾਕਿਆਂ 'ਚ ਕਰ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਵਿਜੀਲੈਂਸ ਜਿਹੜੀ ਹੈ ਉਹ ਕਮਜ਼ੋਰ ਹੈ, ਸੀਬੀਆਈ ਜਿਹੜੀ ਹੈ ਉਹ ਜ਼ਿਆਦਾ ਪਾਵਰਫੁਲ ਹੈ, ਔਰ ਇਹ ਵੀ ਮੰਨ ਕੇ ਜਾਣਾ ਚਾਹੀਦਾ ਕਿ ਕੇਂਦਰ ਸਰਕਾਰ ਜ਼ਿਆਦਾ ਪਾਵਰਫੁਲ ਹੈ, ਉਹ ਵੀ ਭੜਕਾਊ ਹੈ ਜਿੰਨੀ ਜਿਹੜੀ ਹੈ ਉਹ ਕੇਜਰੀਵਾਲ ਹੋਰਾਂ ਦੀ ਜਿਹੜੀ ਹੈ ਪਾਰਟੀ ਆਮ ਆਦਮੀ ਪਾਰਟੀ। ਸੋ ਜਿਸ ਵੇਲੇ ਅਸੀਂ ਦੇਖਦੇ ਹਾਂ ਕਿ ਕਿਵੇਂ ਚੰਨੀ ਉਹਨਾਂ ਨੂੰ ਬੁਲਾਇਆ ਗਿਆ, ਜਾਂ ਜਿਵੇਂ ਵੱਖ-ਵੱਖ ਕਾਂਗਰਸ ਦੇ ਫਾਰਮਰ ਮਿਨਿਸਟਰਾਂ ਨੂੰ ਬੁਲਾਇਆ, ਕਿਵੇਂ ਉਹਨਾਂ ਦੇ ਜਿਹੜੀ ਸੀ ਉਹ ਮਾਹੌਲ ਬਣਾਇਆ ਨਾਲ ਸੀ ਜਦੋਂ ਉਹਨਾਂ ਦੇ ਵਰਕਰ ਨਾਲ ਜਾਂਦੇ ਸਨ। ਜਦੋਂ ਸੁਖਬੀਰ ਬਾਦਲ ਦੇ ਨਾਲ ਜਦੋਂ ਉਹਨਾਂ ਨੇ ਪੇਸ਼ੀ ਕਚਹਿਰੀ ਜਾਣਾ ਸੀ ਤੇ ਉਹ ਸੀ ਕਿ ਪ੍ਰੈਸ਼ਰ ਬਣਾਉਣ ਲਈ ਜਾ ਰਹੇ ਨੇ, ਇਹ ਆਮ ਆਦਮੀ ਪਾਰਟੀ ਕਹਿੰਦੀ ਸੀ। ਸੋ ਇਹ ਸਥਿਤੀ ਜਿਹੜੀ ਹੈ ਇੱਕ ਹੈ। ਦੂਜੀ ਸਥਿਤੀ ਕਿ ਜਿਸ ਕੇਸ ਦੇ ਵਿੱਚ ਕੇਜਰੀਵਾਲ ਉਹਨਾਂ ਨੂੰ ਬੁਲਾਇਆ ਗਿਆ ਜੀ, ਉਹ ਸਥਿਤੀ ਜਿਹੜੀ ਹੈ ਉਹ ਹੈ ਜਿਹੜੀ ਆਬਕਾਰੀ ਨੀਤੀ, ਜਿਹਨੂੰ ਅਸੀਂ ਲਿਕਰ ਜਿਹੜੀ ਆ ਪਾਲਿਸੀ ਦੇ ਤੌਰ 'ਤੇ ਗੱਲ ਕਰ ਰਹੇ ਹਾਂ ਜੀ। ਔਰ ਸਿਸੋਦੀਆ ਹੋਰੀ ਉਸ ਵਿੱਚ ਪਹਿਲਾਂ ਇੰਟਰੋਗੇਸ਼ਨ ਉਹਨਾਂ ਦੀ ਹੁੰਦੀ ਰਹੀ ਹੈ 4-5 ਵਾਰੀ। ਉਸ ਤੋਂ ਬਾਅਦ ਜਿਹੜੀ ਹੈ ਉਹਨਾਂ ਦੀ ਗ੍ਰਿਫਤਾਰੀ ਹੋਈ। ਗ੍ਰਿਫਤਾਰੀ ਦੇ ਵਿੱਚ ਉਹਨਾਂ ਨੂੰ ਅਦਾਲਤ ਨੇ
बार-बार रिमांड उन्हों का पुलिस रिमांड एक्सटेंड भी किया और उस तो बाद जमानत देने की जुडिशरी ने भी ना की और उसनों जी है वो जेल रहना पै रहा। जी सो इस बैकग्राउंड के जो असीं देखते हाँ तो उही जी है आबकारी नीति, जिस नीति के सिसोदिया होरी जड़े ने वो गलत या ठीक जड़े ने उस ट्रैप आए हैं, उही जी है जी समझो कि कसूरवार या वो सच होना या झूठ होना, जी वही एक्साइज पॉलिसी जी है वो गल है। जी सो ये आइडेंटिकल केस होने करके जरूर उन्होंने डरांदा है कि ये गल जी है साड़ी गिरफ्तारी वाल भी जी है वो जा सकती है। तो वैसे देखा जाए तो चार्जिस जो सिसोदिया उन्होंने जोड़े ने वो फ्रेम हो गए हैं तो शायद केजरीवाल होरी उन्होंने डिफेंड कितना कर सकणगे क्योंकि ऑलरेडी उन्होंने को एविडेंसिस जोड़े ने होंगे। एक जी गल जी पर महत्वपूर्ण डॉक्टर साहब दूसरे है पासे इस सीएम मान साहब अज कहते नजर आए ने भी ਜਿਹੜੀ ਉਹਨਾਂ ਨੇ ਹੁਣ ਸੰਮਨ ਭੇਜਿਆ ਗਿਆ ਸੀਬੀਆਈ ਨੇ ਬੁਲਾਇਆ ਗਾ ਇਹ ਕਹਿੰਦੇ ਬਿਲਕੁਲ ਤਾਨਾਸ਼ਾਹੀ ਹੈਗੀ ਲੋਕਤੰਤਰ ਖਤਮ ਹੋ मैं ਚੁੱਕਿਆ पूरी ਗਾ गल ਵੀ ਆਖਰ ਬੁਲਾਇਆ ਕਿਉਂ ਗਿਆ मैं तुहानू वही गल पूरी कर रहा। जी दूजे पासे मतलब जी है वो एक फाइल जी है एक्साइज वाली जी है जी वो गवा चुकी हुई है इस एक्साइज पॉलिसी के केस जिहदे सिसोदिया होरी जड़े ने वो इस फाइल का जिम्मेवारी जी है कभी किसी होर ते सुटते हैं कभी दफ्तर ते सुटते हैं वो बारे भी जी है पुछ पड़ती हो सकती है। जी गल तुसीं कीती है कि भगवंत मान उन्होंने जो कुछ किया भगवंत मान उन्होंने तो अंबेडकर उन्होंने जन्मदिन के उत्ते विसाखी वाले दिन एक तरीक अगे पिछे नहीं की छुट्टी वाले दिन विजिलेंस का दफ्तर खुला के इंक्वायरी इस तरह की है जिमें पता नहीं पकौड़ा होके जो 24 घंटे लंघ गए तो पता नहीं की जरा कह टुट जाना पंजाब के उत्ते। सो ये मैं वही गल तुहानूं कही है कि भगवंत मान उन्होंने ही केजरीवाल उन्होंने ही और वक्-वक् पार्टियां ਜਿਹੜੀਆਂ सत्ता भी ने ਜਿਹੜੀਆਂ विरोधी भी ने उन्होंने हर कदम चुकन तो पहला सोचना पएगा कि दूजे केस के दूजी पद्धर के उत्ते दूजी स्थिति के या जो दूजी धिर च आके खड़े होंगे तो उस वे कि जवाबदेही जी करनी पैनी। जेकर सुखबीर बादल का कचहरी जाके बेअदबी के कांड च केस भुगतना जाना तो वो नाल बड़े बड़े वर्कर ते लीडरां दा जाना जिहड़ा सी उहनूं दबाव की राजनीति कहा जाता सी। जी अज केजरीवाल उन्हां दे नाल सारी आम आदमी पार्टी जाती है इहनूं किहड़ी नीति कहांगे। सीबीआई ने जो कुछ करना है वो कर देना चाहिए और उहदे च सच और झूठ सामने आ सकता जे तुहानूं उन्हां ते इतबार है, नहीं तो जुडिशरी नाल जिहड़ा जाना होएगा अखीर तक जिहड़ी है सुप्रीम कोर्ट तक भी जा सकते। लेकिन सड़कों के उत्ते एक इंक्वायरी नूं और एक जुडिशरी सिस्टम नूं जिहड़ा लै आउणा जिहड़ा है किसी भी रूलिंग पार्टी क्योंकि आम आदमी पार्टी पंजाब की रूलिंग पार्टी है और किसी भी रूलिंग पार्टी नूं अपनी उस स्टेट के किरदार और दूजिया स्टेट का जिहड़ा वो व्यवहार उन्होंने दोनों को जिहड़ा वो एक संतुलन रख के जिहड़ा चलण की लोड़ है। अज के दिन जी इन्ना वड्डा विखावा वो केजरीवाल उन्होंने नहीं करना चाहिए सी। राजघाट पर जाके श्रद्धांजलि भेंट करनी या आशीर्वाद लैनी प्रेस कॉन्फ्रेंस करनी बिल्कुल ही डेमोक्रेटिक राइट के उत्ते उन्होंने ठीक किया है। वो जो कुछ बोलन वो भी ठीक है लेकिन उस लड़ाई सीबीआई के दफ्तर तक जाना और उदू बाद जड़ियाँ ने वो रैलियां तक जड़िया गल करी रहनी कि असीं बाहर बैठ के उठांगे ये गल जड़ी है ये किसी भी डेमोक्रेटिक सैटअप के विच और उस पार्टी लई जिहड़ी एक स्टेट दे विच दूजी स्टेट दे विच राज कर रही होए उन्होंने तो बिल्कुल ही शोभा नहीं दिंदा कि कल नूं चन्नी उन्होंने जो पेश फिर होना कि उस दिन जरा वो भी हजूम इकट्ठा करके लै जाण कि जरा दूजे किसी नूं धर्मसोत उन्होंने बुलाना है वो अपना हजूम इकट्ठा करके लै जाण। ये लड़ाइयां जड़ियां ने एक पद्धर तक जड़ियां ने वो जमीनी हकीकत नाल लड़ियां सड़कों पर भी लड़ियां जांदियां ने लेकिन सड़कों की लड़ाई सत्ता की लड़ाई जुडिशरी की लड़ाई इनू सारे नूं एक पाले च रख के नहीं करना चाहिए। इस करके सीबीआई का बुलाना या ना बुलाना वो बारे किंतु परंतु किया जा सकता। इवें ही जिवें चन्नी उन्होंने बुलाना या ना बुलाना किंतु परंतु नहीं किया जा सकता लेकिन समय की गल जरूर सी। हाँ जे केजरीवाल उन्होंने अज का दिन सूट नहीं करता उन्होंने डेट होर देनी चाहिए सी जे उन्होंने मंगी होवे ते। सो अजे स्थिति के सिर्फ हर गल के उत्ते ये पहला काम बीजेपी का किरदार होंदा सी हर गल के उत्ते रौला पा के जरा बह जाना हूँ जी ये काम जी है ये आम आदमी पार्टी करती है और हर थां वर्करां नूं जिहड़ा सड़कों पर लिया भी जो है किसी तरह भी चंगा शोभा नहीं दिंदा।
ਜੋ ਕੁਝ ਵੀ ਸਥਿਤੀ ਬਣੀ ਹੋਈ ਹੈ ਉਹ ਸਥਿਤੀ ਜਿਹੜੀ ਉਹਦਾ ਟਾਕਰਾ ਕਰਨਾ ਚਾਹੀਦਾ ਹੈ, ਔਰ ਉਸ ਦੇ ਵਿੱਚ ਜਿਹੜਾ ਹੈ ਪ੍ਰੈਸ਼ਰ ਇੱਥੋਂ ਤੱਕ ਤੇ ਰੱਖਣਾ ਚਾਹੀਦਾ ਹੈ ਕਿ ਸਰਕਾਰ ਧੱਕਾ ਨਾ ਕਰੇ। ਡਾਕਟਰ ਸਾਹਿਬ ਜਿਹੜੀ ਦੂਸਰੀ ਪੰਜਾਬ ਗੱਲ ਉਹਨਾਂ ਨੇ ਇੱਕ ਖਾਦਸਾ ਜਤਾਇਆ ਸੀਗਾ ਜੀ, ਲਗਾਤਾਰ ਸੀਐਮ ਮਾਨ ਦੀ ਗੱਲ ਕਰੀਏ, ਰਾਘਵ ਚੱਡਾ ਦੀ ਗੱਲ ਕਰੀਏ, ਜਾਂ ਸੀਨੀਅਰ ਲੀਡਰਸ਼ਿਪ ਜੋ ਦਿੱਲੀ ਦੇ ਵਿੱਚ ਬੈਠੀ ਹੈ, ਤੇ ਨਾਲ ਹੀ ਨਾਲ ਅਰਵਿੰਦ ਕੇਜਰੀਵਾਲ ਦੀ ਆਪਾਂ ਜੇ ਇੱਕ ਪ੍ਰੈਸ ਕਾਨਫਰੰਸ ਦੇਖੀਏ, ਕੱਲ ਦੀ ਗੱਲ ਕਰੀਏ, ਜੱਜ ਦੀ ਗੱਲ ਕਰੀਏ, ਉਹ ਇੱਕ ਖਾਦਸਾ ਜਤਾ ਰਹੇ ਨੇ ਕਿ ਮੈਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਇਸ ਖਾਦਸੇ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਜਿਸ ਮਾਮਲੇ ਦੇ ਵਿੱਚ ਇਹਨਾਂ ਦੀ ਅੱਜ ਪੇਸ਼ੀ ਹੋਈ ਹੈਗੀ, ਉਸ ਮਾਮਲੇ ਦੇ ਵਿੱਚ ਅਜੇ ਤੱਕ ਯਾਦ ਰੱਖਣਾ ਚਾਹੀਦਾ, ਉਸ ਮਾਮਲੇ ਦੇ ਵਿੱਚ ਮਨੀਸ਼ ਸਿਸੋਦੀਆ ਨੂੰ ਅਜੇ ਤੱਕ ਜ਼ਮਾਨਤ ਤੱਕ ਨਹੀਂ ਮਿਲੀ। ਕੀ ਡਰ ਤਾਂ ਸਤਾ ਰਿਹਾ ਜੀ? ਕਿਵੇਂ ਦੇਖ ਰਹੇ ਹੋ? ਦੇਖੋ, ਪਹਿਲੀ ਗੱਲ ਤਾਂ ਤੁਸੀਂ ਇਹ ਦੱਸੋ ਕਿ ਜਦੋਂ ਚੰਨੀ ਉਰੀ ਗਏ ਨੇ ਆਪਣੀ ਵਿਜੀਲੈਂਸ ਇਨਕੁਆਇਰੀ ਲਈ, ਉਹਨਾਂ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਵੀ ਗ੍ਰਿਫਤਾਰੀ ਦਾ ਖਦਸ਼ਾ ਜ਼ਾਹਰ ਕੀਤਾ, ਔਰ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਮੇਰੀ ਜਾਨ ਨੂੰ ਵੀ ਖਤਰਾ ਹੈ, ਤੇ ਉਦੋਂ ਉਹਦਾ ਮਾਹੌਲ ਉਡਾਇਆ ਗਿਆ ਕਿ ਜੀ ਇਹ ਭਾਵੁਕ ਹੋ ਗਿਆ ਜੀ, ਇਹਨੂੰ ਬੈਲੈਂਸ ਲੂਜ਼ ਕਰ ਗਿਆ ਜੀ, ਕਿਉਂਕਿ ਭ੍ਰਿਸ਼ਟਾਚਾਰੀ ਹੈ, ਇਸ ਕਰਕੇ ਡਰੀ ਜਾਂਦਾ ਜੀ। ਅੱਜ ਅਸੀਂ ਇਸ ਕੰਟੈਕਸਟ ਦੇ ਵਿੱਚ, ਇਸ ਸੰਦਰਭ ਦੇ ਵਿੱਚ ਕੀ ਗੱਲ ਕਰਾਂਗੇ? ਸੋ ਮੇਰਾ ਮਤਲਬ ਇਹ ਹੈ ਕਿ ਅੱਜ ਤੋਂ ਬਾਅਦ ਘੱਟੋ-ਘੱਟ ਕੇਜਰੀਵਾਲ ਉਹਨਾਂ ਨੂੰ ਜਾਂ ਭਗਵੰਤ ਮਾਨ ਉਹਨਾਂ ਨੂੰ ਆਪਣੇ ਆਪ ਨੂੰ ਇੱਕ ਪਾਸੇ ਸੱਤਾ ਤੇ ਕਾਬਜ਼ ਦੇ ਤੌਰ ਤੇ ਔਰ ਦੂਜੇ ਪਾਸੇ ਵਿਰੋਧੀ ਦੇ ਤੇ ਜਦੋਂ ਰੱਖਦੇ ਨੇ, ਤੇ ਫਿਰ ਇੱਕ ਸੰਤੁਲਨ ਬਣਾਉਣਾ ਪਏਗਾ। ਕਦੀ ਵੀ ਲੜਾਈ ਦੇ ਮੈਦਾਨ ਵਿੱਚ ਕੋਈ ਜਿਹੜਾ ਉਹ ਦੋ ਹੱਥ ਕਰਨ ਲੱਗਿਆ ਪਿੱਛੇ ਨਹੀਂ ਰਹਿੰਦਾ। ਜੇਕਰ ਤੁਸੀਂ ਚੰਨੀ ਨੂੰ ਪੜਾਇਆ, ਜੇ ਤੁਸੀਂ ਧਰਮਸੋਤ ਨੂੰ ਲਿਆਂਦਾ ਹੈ, ਜੇ ਤੁਸੀਂ ਦੂਜੇ ਮੰਤਰੀਆਂ ਨੂੰ ਲਿਆਂਦਾ ਹੈ, ਜੇ ਗਲਤ ਨੇ ਜਾਂ ਠੀਕ ਨੇ ਅਰੋੜਾ ਨੂੰ ਲਿਆਂਦਾ ਹੈ, ਉਵੇਂ ਹੀ ਉਹ ਜਿਹੜੇ ਨੇ ਉਹ ਜਿਹੜਾ ਵੱਖ-ਵੱਖ ਜਿਹੜੇ ਨੇ ਜਿੱਥੇ ਉਹਨਾਂ ਦਾ ਦਾਅ ਵੱਜੇਗਾ ਕਰਨਗੇ। ਰਾਜਨੀਤੀ ਦੀ ਲੜਾਈ ਵਿੱਚ ਐਥਿਕਸ ਵੀ ਜਿਹੜੇ ਨੇ ਪਿੱਛੇ ਰਹਿ ਜਾਂਦੇ ਨੇ। ਐਵਰੀਥਿੰਗ ਇਨ ਲਵ ਐਂਡ ਵਾਰ, ਇਹ ਤੇ ਵਾਰ ਜਿਹੜੀ ਹੈ ਉਹ ਸ਼ੁਰੂ ਹੋਈ ਹੈ, ਤੇ ਬਦਕਿਸਮਤੀ ਨਾਲ ਰਾਜਨੀਤੀ ਜਿਹੜੀ ਹੈ ਉਹਦੇ ਵਿੱਚ ਪੰਜਾਬ ਦੇ ਔਰ ਭਾਰਤ ਦੇ ਜਿਹੜੇ ਨੇ ਡੈਮੋਕ੍ਰੇਟਿਕ ਢਾਂਚੇ ਜਿਹੜੇ ਨੇ ਉਹਨਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਾਇਆ ਜਾ ਰਿਹਾ ਹੈ। ਇਸ ਨੂੰ ਥੋੜ੍ਹਾ ਜਿਹਾ ਰੁਕਾਵਟ ਰੱਖਣੀ ਚਾਹੀਦੀ ਹੈ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਕਿ ਗ੍ਰਿਫਤਾਰੀ ਦਾ ਖਦਸ਼ਾ, ਮੈਂ ਪਹਿਲਾਂ ਵੀ ਥੋੜ੍ਹੀ ਜਿਹੀ ਗੱਲ ਇਸ਼ਾਰੇ ਮਾਤਰ ਕੀਤੀ ਸੀ ਕਿ ਗ੍ਰਿਫਤਾਰੀ ਦਾ ਖਦਸ਼ਾ ਹੈ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦਿਨ ਹੋਵੇ। ਅੱਜ ਮੁੱਢਲੇ ਸਵਾਲਾਂ ਦਾ ਦੂਜਾ ਜਿਹੜਾ ਜਵਾਬ ਹੋਏਗਾ, ਕਿਉਂਕਿ ਜਿਹੜੇ ਡਾਕੂਮੈਂਟ ਸਿਸੋਦੀਆ ਉਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਔਰ ਉਸ ਤੋਂ ਬਾਅਦ ਇਕੱਠੇ ਕੀਤੇ ਉਹਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਪਾਈ ਗਈ ਹੈ, ਔਰ ਉਹ ਜਦੋਂ ਕੋਰਟ ਨੇ ਬਾਰ-ਬਾਰ ਉਹਦੀ ਜ਼ਮਾਨਤ ਵੀ ਜਿਹੜੀ ਹੈ ਉਹ ਨਾ ਕੀਤੀ ਹੈ, ਔਰ ਉਸ ਤੋਂ ਬਾਅਦ ਗ੍ਰਿਫਤਾਰੀ ਦੇ ਵਿੱਚ ਜਿਹੜੀ ਹੈ ਉਹ ਰਿਮਾਂਡ ਦੇ ਕੇ ਅਖੀਰ ਤੇ ਜੁਡੀਸ਼ਲ ਰਿਮਾਂਡ 'ਚ ਵੀ ਭੇਜਤਾ ਹੈ, ਔਰ ਕਾਫੀ ਸਮੇਂ ਦੇ ਵਿੱਚ ਵੀ ਉਹ ਸੁਣਵਾਈ ਨਹੀਂ ਹੋ ਰਹੀ। ਜਿਹਦਾ ਮਤਲਬ ਇਹ ਹੈ ਕਿ ਸਿਸੋਦੀਆ ਉਹਨਾਂ ਲਈ ਕੋਈ ਕੇਸ ਜਿਹੜਾ ਸਟਰੋਂਗ ਹੈ ਸੀ, ਤਾਂ ਹੀ ਸਥਿਤੀ ਹੋਈ। ਔਰ ਇਹ ਵੀ ਉਹਦੀ ਗ੍ਰਿਫਤਾਰੀ ਦੇ ਵਿਰੁੱਧ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਣ ਬਾਰੇ ਨਹੀਂ ਸੋਚਿਆ ਗਿਆ। ਇਹ ਵੀ ਇੱਕ ਆਪਣੇ ਆਪ 'ਚ ਗੱਲ ਹੈ। ਹੁਣ ਉਸੇ ਕੇਸ ਦੇ ਵਿੱਚ ਜਿਹੜਾ ਐਕਸਾਈਜ਼ ਦੇ ਕੇਸ ਹੈ, ਜਿਹਦੇ ਸਿਸੋਦੀਆ ਹੋਰੀ ਬਾਰ-ਬਾਰ ਇੰਟਰੋਗੇਸ਼ਨ ਤੋਂ ਬਾਅਦ ਜੇਲ੍ਹ 'ਚ ਗਏ ਨੇ, ਅੱਜ ਮਤਲਬ ਜਿਹੜੀ ਹੈ ਉਸੇ ਕੇਸ ਦੇ ਵਿੱਚ ਕੇਜਰੀਵਾਲ ਉਹਨਾਂ ਨੂੰ ਜਿਹੜਾ ਉਹ ਬੁਲਾਇਆ ਗਿਆ। ਸਭ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਕੇਜਰੀਵਾਲ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਉਹ CBI ਜਿਹੜੀ ਹੈ ਐਸਟੈਬਲਿਸ਼ ਕਰ ਸਕਦੀ ਹੈ, ਕਿ ਉਹ ਐਸਟੈਬਲਿਸ਼ ਨਹੀਂ ਹੁੰਦੀ, ਕਿ ਕੀ ਸਿਰਫ ਉਹ ਜਿਹੜੀ ਹੈ ਉਸ ਸਿਸੋਦੀਆ ਦਾ ਕੀ ਜਿਹੜੀ ਹੈ ਉਹ ਸੀਮਤ ਰਹਿੰਦੀ। ਮੈਨੂੰ ਇਹ ਗੱਲ ਵਿੱਚ ਮੈਂ ਹੋਰ ਐਡ ਕਰਨੀ ਚਾਹੁੰਦਾ ਕਿ ਇਹ ਗੱਲ ਸ਼ੁਰੂ ਹੈ, ਔਰ ਇਹ ਗੱਲ ਸ਼ੁਰੂ ਜਿਹੜੀ ਹੈ ਇਹ ਬੜੀ ਖਤਰਨਾਕ ਡਾਇਰੈਕਸ਼ਨ ਦੇ ਵਿੱਚ ਜਾ ਸਕਦੀ ਹੈ, ਕਿਉਂਕਿ ਇਹੀ ਐਕਸਾਈਜ਼ ਪਾਲਿਸੀ ਔਰ ਇਹੀ ਜਿਹੜੇ ਨੇ ਸਟੇਕ ਹੋਲਡਰ ਜਿਹੜੇ ਨੇ ਉਹ ਪੰਜਾਬ ਦੀ ਐਕਸਾਈਜ਼ ਪਾਲਿਸੀ ਦਾ ਵੀ ਹਿੱਸੇਦਾਰ ਨੇ। ਔਰ ਕਿਤੇ ਇਹ ਗੱਲ ਜਿਹੜੀ ਹੈ ਇਹ ਭਗਵੰਤ ਮਾਨ ਨਾਲ ਜਾਂ ਹਰਪਾਲ ਚੀਮਾ ਉਹਨਾਂ ਨਾਲ ਜਾਂ ਦੂਜਿਆਂ ਨਾਲ ਨਾ ਆ ਜਾਏ, ਜਾਂ ਪੰਜਾਬ ਦੀ ਜਿਹੜੀ ਹੈ ਕੈਬਨਿਟ ਦੇ ਹੋਰ ਮੰਤਰੀਆਂ ਦੇ ਨਾ ਆ ਜਾਏ, ਜਾਂ ਅਫਸਰਾਂ ਤੱਕ ਨਾ ਪਹੁੰਚ ਜਾਏ। ਇਸ ਨੂੰ ਵੀ ਰੋਕਣ ਦੇ ਲਈ ਇਹ ਸਾਰੀ ਜਿਹੜੀ ਹੈ ਸ਼ੋਅ ਆਫ ਸਟਰੈਂਥ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ। ਔਰ ਠੀਕ ਹੈ, ਰਾਜਨੀਤੀ ਦੇ ਵਿੱਚ ਜਦੋਂ ਕੋਈ ਹਥਿਆਰ ਨਾ ਰਹੇ ਤੇ ਅਖੀਰ ਤੇ ਹਥਿਆਰ ਜਿਹੜਾ ਹੈ ਉਹ ਲੜਾਈ ਦਾ ਹੁੰਦਾ ਹੈ, ਔਰ ਕੇਜਰੀਵਾਲ ਹੋਰੀ ਉਸ ਲੜਾਈ ਦੇ ਮਾਹਰ ਨੇ, ਔਰ ਉਸ ਲੜਾਈ ਦਾ ਕਿੰਨਾ ਕੁ ਪ੍ਰਭਾਵ ਪੈਂਦਾ ਹੈ। ਪਰ ਸ਼ਾਇਦ ਪਹਿਲਾਂ ਵੀ ਗ੍ਰਿਫਤਾਰੀ ਹੋਣੀ ਸੀ ਕਿ ਨਹੀਂ, ਪਰ ਹੁਣ ਲੱਗਦਾ ਨਹੀਂ ਕਿ ਗ੍ਰਿਫਤਾਰੀ ਹੋਏ। ਲੇਕਿਨ ਅੱਗੋਂ ਫਿਰ ਕਿਸੇ ਦਿਨ ਬੁਲਾ ਕੇ ਗੱਲ ਅੱਗੇ ਚੱਲੇਗੀ। ਜੇ ਗ੍ਰਿਫਤਾਰੀ CBI ਨੇ ਕਰਨੀ ਹੈ, ਜੇ ਰਾਜਨੀਤੀ ਤੋਂ ਜਿਵੇਂ ਕਹਿੰਦੇ ਨੇ ਕੇਜਰੀਵਾਲ ਹੋਰੀ ਕਿ BJP ਦਾ ਇਸ਼ਾਰਾ ਹੈ, ਉਹ ਇੱਕ ਸਟ੍ਰੈਟਜੀ ਦੇ ਤੌਰ ਦੇ ਉੱਤੇ ਮੈਚੁਰ ਲੀਡਰਸ਼ਿਪ 'ਚ ਉਹ ਕੇਜਰੀਵਾਲ ਉਹਨਾਂ ਨੂੰ ਔਰ ਉਸ ਤੋਂ ਬਾਅਦ ਪੰਜਾਬ ਨੂੰ ਜਿਹੜਾ ਇਸ ਘੇਰੇ 'ਚ ਲੈਣਗੇ। ਇਹਦੇ ਲਈ ਜਿਹੜਾ ਹੈ ਤਿਆਰ ਵੀ ਹੋਣਾ ਚਾਹੀਦਾ ਹੈ, ਔਰ ਉਹਦਾ ਬੰਨ ਨੂੰ ਵੀ ਬਣਨਾ ਚਾਹੀਦਾ ਹੈ ਕਿ ਕਿਵੇਂ ਇਸ ਨੂੰ ਜਿਹੜਾ ਹੈ ਇੱਕ ਬੈਲੈਂਸ ਔਰ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਰੱਖ ਕੇ ਚੱਲੇ, ਕਿ ਵਿੰਡਿਕਟਿਵ ਹੋ ਕੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੀ ਇਸ ਵੇਲੇ ਕੀਤੀ ਜਾ ਰਹੀ ਹੈ ਦੋਨੋਂ ਪਾਸੇ। ਤੇ ਡਾਕਟਰ ਸਾਹਿਬ ਇਸੇ ਘਟਨਾਕ੍ਰਮ ਦੇ ਨਾਲ ਜੁੜੀ ਆਪਾਂ ਅਗਲੀ ਖਬਰ ਲੈ ਲੈਂਦੇ ਹਾਂ, ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਇਲਜ਼ਾਮ ਆਪਣੇ ਗੁਆਂਢੀ ਸੂਬੇ
ਹਰਿਆਣਾ ਦੇ ਉੱਪਰ ਲਗਾਏ ਗਏ ਨੇ। ਉਹ ਕਹਿੰਦੇ ਸਾਨੂੰ ਨਜਾਇਜ਼ ਤੌਰ ਤੇ ਸਿੰਘੂ ਬਾਰਡਰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦੋਂ ਕਿ ਅਸੀਂ ਸਿਰਫ ਆਪਣੀ ਰਾਜਧਾਨੀ ਵੱਲ ਜਾ ਰਹੇ ਸੀ ਤੇ ਉੱਥੇ ਮੰਤਰੀਆਂ ਤੇ ਐਮਐਲਏ ਨੂੰ ਰੋਕਿਆ ਹੀ ਤੱਕ ਨਹੀਂ ਗਿਆ। ਲਾਠੀ ਚਾਰਜ ਵੀ ਹੋਇਆ ਹਲਕਾ ਫੁਲਕਾ, ਤੇ ਜਿਸ ਦੇ ਵਿੱਚ ਕੁਝ ਵਰਕਰ ਫੱਟੜ ਵੀ ਹੋਏ ਨੇ। ਕਿਵੇਂ ਦੇਖ ਰਹੇ ਹੋ ਉਹਨਾਂ ਦੇ ਇਹਨਾਂ ਇਲਜ਼ਾਮਾਂ ਨੂੰ, ਤੇ ਕਿੰਨੇ ਕੁ ਇਲਜ਼ਾਮ ਜਾਇਜ਼ ਨੇਗੇ? ਦੇਖੋ, ਇਹ ਬਦਕਿਸਮਤੀ ਵਾਲੀ ਗੱਲ ਹੈ। ਕਿਸੇ ਤਰ੍ਹਾਂ ਵੀ ਦਿੱਲੀ ਦੇ ਵਿੱਚ ਪੰਜਾਬ ਦੇ ਵਰਕਰਾਂ ਨੂੰ ਜਾਂ ਐਮਐਲਏ ਨੂੰ ਦਿੱਲੀ ਵੀ ਜਾਣ ਲਈ ਜਾਂ ਦਿੱਲੀ ਤੋਂ ਪੰਜਾਬ 'ਚ ਆਉਣ ਲਈ ਰੁਕਾਵਟ ਪੈਦਾ ਕਰਨੀ ਕਿਸੇ ਵੀ ਡੈਮੋਕ੍ਰੈਟਿਕ ਸਿਸਟਮ ਲਈ ਇੱਕ ਬਦਕਿਸਮਤੀ ਵਾਲਾ ਔਰ ਇੱਕ ਜਿਹੜਾ ਉਹ ਬਦਸ਼ਗਨੀ ਵਾਲਾ ਦਿਨ ਜਿਹੜਾ ਮੰਨਿਆ ਜਾ ਸਕਦਾ ਹੈ। ਅਜਿਹੀਆਂ ਹਰਕਤਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ। ਪਰ ਇਹ ਵੀ ਗੱਲ ਨਾਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਚੰਡੀਗੜ੍ਹ ਤੋਂ ਕਿ ਭਗਵੰਤ ਮਾਨ ਉਹਨਾਂ ਦੀ ਕੋਠੀ ਤੱਕ ਜਾਣ ਲਈ ਚੰਡੀਗੜ੍ਹ ਵੀ ਐਂਟਰੀ ਜਿਹੜੀ ਹੈ ਉਹ ਵੀ ਜਿਹੜੀ ਹੋਣ ਦਿੱਤੀ ਜਾਂਦੀ। ਸੋ ਇਹ ਗੱਲਾਂ ਉਹ ਹੀ ਨੇ ਜਿੱਥੇ ਪਹਿਲਾਂ ਤੁਹਾਨੂੰ ਦੱਸਿਆ ਕਿ ਜਿਨ੍ਹਾਂ ਹੱਥਾਂ ਨਾਲ ਗੰਢਾਂ ਬੰਨੀਆਂ ਨੇ ਉਹਨਾਂ ਪੀਚਵੀਆਂ ਗੰਢਾਂ ਨੂੰ ਖੋਲ੍ਹਣਾ ਵੀ ਜਿਹੜਾ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਹਿੰਦੁਸਤਾਨ ਦਾ ਬਾਰਡਰ ਜਿਹੜਾ ਹੈ ਬੇਸਿਕਲੀ ਇਹਨਾਂ ਕੰਮਾਂ ਲਈ ਇਹ ਹਿੰਦੁਸਤਾਨ ਜਿਹੜਾ ਬਾਰਡਰਲੈਸ, ਉਹਦੇ 'ਚ ਕੋਈ ਪਾਸਪੋਰਟ ਦਾ ਕੋਈ ਐਂਟਰੀ ਫੀ ਨਹੀਂ ਹੁੰਦੀ। ਲੇਕਿਨ ਉਹ ਤੁਸੀਂ ਬਾਰਡਰ ਦੇ ਇੱਕ ਸਟੇਟ ਤੇ ਦੂਜੀ ਸਟੇਟ ਦੇ ਬਾਰਡਰਾਂ 'ਤੇ ਰੋਕਣਾ ਸ਼ੁਰੂ ਕਰੋਗੇ ਤੇ ਫਿਰ ਜਿਹੜੀ ਹੈ ਉਹਦੇ ਲਈ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਬੀਜੇਪੀ ਦੀਆਂ ਨੇ, ਕਾਂਗਰਸ ਵੀ ਰੋਕਦੀ ਰਹੀ ਹੈ, ਆਮ ਆਦਮੀ ਪਾਰਟੀ ਵੀ ਰੋਕ ਰਹੀ ਹੈ। ਹਰ ਰੋਜ਼ ਚੰਡੀਗੜ੍ਹ ਜਿਹੜਾ ਕੌਮੀ ਇਨਸਾਫ ਮੋਰਚਾ ਜਾਂ ਕਿਸਾਨ ਮੋਰਚਾ ਜਾਂ ਕਿਸੇ ਤਰ੍ਹਾਂ ਦੇ ਜਿਹੜੇ ਲੱਗਦੇ ਨੇ, ਉਹ ਚੰਡੀਗੜ੍ਹ ਜਿਹੜੀ ਕੈਪੀਟਲ ਹੈ ਉੱਥੇ ਭਗਵੰਤ ਮਾਨ ਨੂੰ ਜੇਕਰ ਮਿਲਣ ਜਾਣਾ ਚਾਹੁੰਦੇ ਨੇ ਕੌਮੀ ਇਨਸਾਫ ਮੋਰਚਾ ਵਾਲੇ ਜਾਂ ਕਿਸਾਨ, ਤੇ ਉਹਨਾਂ ਨੂੰ ਉੱਥੋਂ ਤੱਕ ਕ੍ਰਾਸ ਨਹੀਂ ਹੋਣ ਦਿੱਤਾ ਜਾਂਦਾ। ਇੱਕ ਵਾਈਪੀਐਸ ਦੇ ਚੌਂਕ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਂਦਾ। ਇਹੋ ਜਿਹੇ ਬਾਰਡਰਲੈਸ ਜਿਹੜੀ ਹੈ ਸੋਚ ਬਣਾਉਣ ਦੀ ਲੋੜ ਹੈ। ਭਾਵੇਂ ਪੰਜਾਬ ਹੋਵੇ, ਭਾਵੇਂ ਭਾਰਤ ਦੇ ਵੱਖ-ਵੱਖ ਸੂਬੇ ਹੋਣ, ਅਜਿਹੀਆਂ ਸਥਿਤੀਆਂ ਭਾਰਤ ਦੀ ਅਖੰਡਤਾ ਲਈ, ਭਾਰਤ ਦੀ ਏਕਤਾ ਲਈ ਔਰ ਸਦਭਾਵਨਾ ਲਈ ਜਿਹੜੀਆਂ ਨੇ ਬਹੁਤ ਬਦਕਿਸਮਤੀ ਵਾਲੀਆਂ ਹੋਣਗੀਆਂ, ਪਰ ਉਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅੱਜ ਜੇਕਰ ਹਰਿਆਣਾ ਨੇ ਕੀਤਾ ਹੈ ਤੇ ਇਹ ਵੀ ਬਦਕਿਸਮਤੀ ਵਾਲੀ ਗੱਲ ਹੈ, ਪਰ ਨਾਲ ਹੀ ਭਗਵੰਤ ਮਾਨ ਉਹਨਾਂ ਨੂੰ ਆਪਣੇ ਅੰਦਰ ਵਿਵਾਨ में ਵੀ ਜਿਹੜੀ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਵੀ ਇਹ ਕੰਮ ਜਿਹੜਾ ਉਹ ਨਾ ਕਰੀਏ। ਜੀ ਬਿਲਕੁਲ ਬਿਲਕੁਲ ਸਰ। ਸੋ ਇੱਕ ਅਹਿਮ ਖਬਰ ਪੰਜਾਬ ਦੀ ਜਿਮਨੀ ਚੋਣ ਨਾਲ ਆਪਾਂ ਲੈ ਲਈਏ ਜੁੜੀ ਹੋਈ, ਜਿੱਥੇ ਕਿ ਅੱਜ ਭਾਜਪਾ ਦੇ ਸੀਨੀਅਰ ਲੀਡਰ ਜੇਪੀ ਨੱਡਾ ਪ੍ਰਧਾਨ, ਉਹ ਅੱਜ ਫੇਰੀ ਦੇ ਉੱਪਰ ਨੇ, ਜਲੰਧਰ ਅੱਜ ਪਹੁੰਚਣਗੇ ਅਤੇ ਉੱਥੇ ਇੱਕ ਅਹਿਮ ਮੀਟਿੰਗ ਕਰਨਗੇ। ਕਿਵੇਂ ਦੇਖ ਰਹੇ ਹੋ ਉਹਨਾਂ ਦੀ ਇਹ ਫੇਰੀ? ਕੀ ਇੱਕ ਨਵੀਂ ਰੂਹ ਫੂਕ ਪਾਏਗੀ ਭਾਜਪਾ ਦੇ ਵਿੱਚ, ਜੋ ਕਿ ਆਪਣੇ ਤੌਰ ਤੇ ਇਹ ਲੜ ਰਹੀ ਹੈ, ਜਿਮਨੀ ਚੋਣ ਲੜ ਰਹੀ ਹੈ, ਦੂਸਰੇ ਭਾਵੇਂ ਕਿ ਦੂਸਰੀ ਪਾਰਟੀ ਦੇ ਵਿੱਚੋਂ ਸ਼ਾਮਿਲ ਕਰਾ ਕੇ ਲੀਡਰ ਲਿਆਂਦਾ ਗਿਆ, ਦੂਸਰੀ ਪਾਰਟੀ ਤੋਂ ਉਮੀਦਵਾਰੀ ਦਿੱਤੀ ਗਈ ਹੈ। ਲੇਕਿਨ ਅੱਜ ਜੇਪੀ ਨੱਡਾ ਅਹਿਮ ਟਿਪਸ ਜ਼ਰੂਰ ਦੇ ਕੇ ਜਾਣਗੇ, ਲੀਡਰਾਂ ਦੇ ਨਾਲ ਮੁਲਾਕਾਤ ਹੋਏਗੀ। ਕਿੰਨੀ ਅਹਿਮ ਹੋਏਗੀ ਇਹ ਜੋ ਅੱਜ ਦੀ ਮੀਟਿੰਗ ਹੈਗੀ ਜੋ ਜੇਪੀ ਨੱਡਾ ਕਰ ਰਹੇ ਨੇ? ਦੇਖੋ, ਮੈਂ ਤੇ ਗੱਲ ਸਮਝਣਾ ਕਿ ਛੱਪੜ ਦੇ ਖਲੋਤੇ ਪਾਣੀ ਦੇ ਵਿੱਚ ਇੱਕ ਕੰਕਰ ਨਾਲ ਕੋਈ ਪਾਣੀ 'ਚ ਹਿਲਜੁਲ ਨਹੀਂ ਹੁੰਦੀ। ਸੋ ਇਹ ਤੇ ਬੀਜੇਪੀ ਦਾ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਆਧਾਰ ਜਿਹੜਾ ਔਰ ਇਹ ਚੋਣਾਂ ਦੇ ਵਿੱਚ ਜਿਹੜਾ ਆਧਾਰ ਹੈ ਉਹ ਛੱਪੜ ਦੇ ਖਲੋਤੇ ਪਾਣੀ ਵਾਂਗ ਹੈ। ਕਿੰਨਾ ਕੁ ਉਹਨੂੰ ਹਲੂਣਾ ਦੇ ਲਓਗੇ, ਕਿਉਂਕਿ ਨਾ ਵਰਕਰ ਨੂੰ ਪਛਾਣਿਆ ਗਿਆ, ਨਾ ਜਿਹੜਾ ਪੁਰਾਤਨ ਜਿਹੜਾ ਟਕਸਾਲੀ ਵਰਕਰ ਹੈ ਬੀਜੇਪੀ ਦਾ ਔਰ ਉਸ ਤੋਂ ਪਹਿਲਾਂ ਜਨਸੰਘ ਦਾ ਹੁੰਦਾ ਸੀ, ਉਹਨਾਂ ਦੀ ਪਛਾਣ ਕੋਈ ਨਹੀਂ ਬਣਾਈ ਗਈ। ਔਰ ਉਸ ਤੋਂ ਬਾਅਦ ਜਿਹੜਾ ਉਹ ਜਿਸ ਅਕਾਲੀ ਦਲ ਨੂੰ ਉਹ ਛੱਡ ਕੇ ਜਿਹੜੇ ਨੇ ਉਹ ਬੀਜੇਪੀ ਨੂੰ ਗਏ ਨੇ, ਉਸ ਅਕਾਲੀ ਦਲ ਤੋਂ ਹੀ ਬੰਦਾ ਲੈ ਕੇ ਫਿਰ ਇਲੈਕਸ਼ਨ ਲੜੀ ਜਾ ਰਹੀ ਹੈ। ਕਿਸ ਏਜੰਡੇ ਵਿੱਚ, ਕਿਸ ਵਿਚਾਰਧਾਰਾ ਵਿੱਚ ਔਰ ਕਿਹੜੀ ਨੀਤੀ ਦੇ ਵਿੱਚ ਇਹ ਅਕਾਲੀ ਕੈਂਡੀਡੇਟ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਗੇ, ਜਿਹਦੇ ਵਿੱਚ ਨਿਰਸੰਦੇਹ ਅਕਾਲੀ ਉਹ ਟਕਸਾਲੀ ਹੈ, ਸੋਚ 'ਚ ਵੀ ਅਕਾਲੀ ਕੈਂਡੀਡੇਟ ਹੈ, ਵਰਕਰ ਦੇ ਵਿੱਚ ਵੀ ਅਕਾਲੀ ਕੈਂਡੀਡੇਟ ਹੈ। ਔਰ ਉਹ ਅਕਾਲੀ ਕੈਂਡੀਡੇਟ ਬੀਜੇਪੀ 'ਚ ਰਾਤੋਂ ਰਾਤ ਜਿਹੜਾ ਉਹ ਡਰਾਈ ਕਲੀਨ ਹੋ ਕੇ ਤੇ ਰਾਤੋਂ ਰਾਤ ਜਿਹੜਾ ਉਹ ਬੀਜੇਪੀ ਤੇ ਨਹੀਂ ਬਣ ਸਕਦਾ। ਸੋਚ ਵੀ, ਕਾਰਗੁਜ਼ਾਰੀ ਵੀ ਔਰ ਜਿਹੜਾ ਉਹ ਭਾਈਚਾਰਾ ਵੀ ਜਿਹੜਾ ਹੈ ਉਹ ਇੱਕ ਵੱਖਰਾ ਹੁੰਦਾ ਹੈ। ਔਰ ਉਹ ਵੱਖਰਾ ਜਿਹੜਾ ਕੋਈ ਸਾਲ ਦਾ 2 ਸਾਲ ਦਾ ਨਹੀਂ, ਬਲਕਿ 40 ਸਾਲ ਪੁਰਾਣਾ ਜਿਹੜਾ ਭਾਈਚਾਰਾ ਜਿਹੜਾ ਹੈ ਉਸ ਨੂੰ ਰਾਤੋਂ ਨਹੀਂ ਬਦਲਿਆ ਜਾ ਸਕਦਾ। ਔਰ ਵਰਕਰਸ ਦੇ ਵਿੱਚ ਜਿਹੜੀ ਹੈ ਉਹ ਹੈਰਾਨੀ ਵੀ ਹੁੰਦੀ ਹੈ। ਤੁਸੀਂ ਦੇਖੋ ਕਿ ਜਲੰਧਰ ਦੇ ਵਿੱਚ ਜਿਹੜਾ ਉਹ ਚੂਨੀ ਲਾਲ ਭਗਤ ਉਹਨਾਂ ਦਾ ਬੇਟਾ ਮਿੰਦਰ ਲਾਲ ਜਿਹੜਾ ਭਗਤ ਜੀ, ਉਹਨੇ ਜਿਹੜੀ ਹੈ ਉਹ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਹੁਣ ਮਿੰਦਰ ਭਗਤ ਕੌਣ ਹੈ? ਇਹ ਜਲੰਧਰ ਦੇ ਐਮਐਲਏ ਨੇ ਜਿਹੜਾ ਆਪਣਾ ਰਿਜ਼ਰਵ ਕੌਂਸਟੀਟਿਊਂਸੀ ਦੇ ਔਰ ਜਿਹਨੂੰ ਅਸੀਂ ਭਾਰਗੋ ਕੈਂਪ ਵਾਲਾ ਏਰੀਆ ਜਿਹੜਾ ਉਹ ਕਹਿ ਲੈਂਦੇ, ਨਕੋਦਰ ਰੋਡ ਦੇ ਉੱਤੇ ਭਾਰਗੋ ਕੈਂਪ ਏਰੀਆ। ਔਰ ਇਹ ਭਗਤ ਹੋਰੀ ਜਿਹੜੇ ਨੇ ਇਹ ਮੂਲ ਤੌਰ ਦੇ ਉੱਤੇ
ਨਾ ਰਵਿਦਾਸੀਏ ਨੇ ਨਾ ਮਜ਼੍ਹਬੀ ਨੇ, ਇਹ ਜਿਹੜੇ ਨੇ ਇਹ ਕਬੀਰ ਪੰਥੀ ਨੇ। ਔਰ ਇਹਨਾਂ ਦਾ ਬਹੁਤ ਵੱਡਾ ਜਿਹੜਾ ਜਮਾਵੜਾ, ਬਹੁਤ ਵੱਡੀ ਜਿਹੜੀ ਹੈ ਉਹ ਭਾਰਗੋ ਤੇ ਉਹਦੇ ਆਲੇ ਦੁਆਲੇ ਜਿਹੜੀ ਹੋਈ ਹੈ। ਔਰ ਭਗਤ ਚੂਨੀ ਲਾਲ ਹੋਰੀ ਹਮੇਸ਼ਾ ਹੀ ਇੱਥੋਂ ਜਿਹੜੀ ਹੈ ਉਹ ਸੀਟ ਜਿਹੜੀ ਹੈ ਉਹ ਜਿੱਤਦੇ ਰਹੇ ਨੇ। ਕਦੀ ਔਖੇ ਵੇਲੇ ਜਿਹੜੇ ਨੇ ਉਹ ਹਾਰ ਜਾਣ ਤੇ ਵੱਖਰੀ ਗੱਲ ਹੈ। ਔਰ ਭਗਤ ਚੂਨੀ ਲਾਲ ਨੂੰ ਵਜ਼ਾਰਤ ਦੇ ਤੌਰ ਤੇ ਵੀ ਚਲਾਉਣ ਵਾਲਾ ਉਹਨਾਂ ਦਾ ਬੇਟਾ ਹੁੰਦਾ ਸੀ। ਸੋ ਬੇਟੇ ਨੂੰ ਟੋਟਲ ਤੁਸੀਂ ਉਹਨੂੰ ਡਿਸਕਾਰਡ ਕਰਦੇ ਹੋ, ਉਹ ਵੀ ਗੱਲ ਜਿਹੜੀ ਨਹੀਂ ਹੁੰਦੀ। ਔਰ ਉਹ ਅਕਾਲੀਆਂ ਦਾ ਕੈਂਡੀਡੇਟ ਵੀ ਉਹਨੂੰ ਨਾ ਬਣਾਉਣਾ ਜੀ, ਬੀਜੇਪੀ ਦਾ ਵੀ ਨਾਮ ਬਣਨਾ, ਔਰ ਉਸ ਨੇ ਜਿਹੜਾ ਉਸੇ ਫਰਸਟ੍ਰੇਸ਼ਨ ਦੇ ਵਿੱਚ ਬੀਜੇਪੀ ਛੱਡਤੀ ਹੈ, ਵੱਖਰੀ ਗੱਲ ਹੈ। ਕਿ ਭਗਤ ਚੂਨੀ ਲਾਲ ਕਹਿ ਰਹੇ ਨੇ ਕਿ ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ, ਜਾਂ ਉਹਦਾ ਕੋਈ ਕਿਰਦਾਰ ਨਹੀਂ ਜਾਂ ਕਿਰਦਾਰ ਨਹੀਂ। ਮੈਂ ਨਿੱਜੀ ਤੌਰ ਦੇ ਉੱਤੇ ਵੀ ਦੇਖਿਆ ਹੈ, ਭਗਤ ਚੂਨੀ ਲਾਲ ਮੰਤਰੀ ਹੋ ਕੇ ਅੱਜ ਤੋਂ 10 ਸਾਲ ਪਹਿਲਾਂ ਵੀ ਉਨੇ ਹੀ ਡਿਪੈਂਡੈਂਟ ਸਨ ਪੁੱਤਰ ਤੇ, ਜਿੰਨੇ ਅੱਜ ਉਦੋਂ ਵੱਧ ਹੋ ਗਏ ਹੋਣਗੇ। ਸੋ ਇਹ ਗੱਲ ਜਿਹੜੀ ਹੈ ਸੰਕੇਤ ਹੈ ਕਿ ਬੀਜੇਪੀ ਦਾ ਜਿਹੜਾ ਗਰਾਊਂਡ ਲੈਵਲ ਦਾ ਜਿਹੜਾ ਵਰਕਰ ਹੈ ਉਹ ਫਰਸਟ੍ਰੇਟਡ ਹੈ। ਔਰ ਨਾਡਾ ਸਾਹਿਬ ਕਿੰਨਾ ਕੁ ਆ ਕੇ ਉਹਨਾਂ ਨੂੰ ਹਡੂਣਾ ਦੇਣਗੇ, ਖਲੋਤੇ ਪਾਣੀਆਂ ਨੂੰ ਕਿੰਨਾ ਕੁ ਤੁਸੀਂ ਜਿਹੜਾ ਉਹ ਰਵਾਂ ਕਰੋਗੇ, ਉਹ ਵਗਦੇ ਪਾਣੀ ਬਣਾਉਣ 'ਚ ਟਾਈਮ ਲੱਗਦਾ ਹੈ। ਸੋ ਬਹੁਤ ਵੱਡੀ ਕੋਈ ਗੱਲ ਨਹੀਂ ਹੋਏਗੀ। ਠੀਕ ਹੈ, ਮੀਡੀਆ ਦੇ ਤੌਰ ਦੇ ਉੱਤੇ ਜਾਂ ਆਮ ਵਰਕਰ, ਦੂਜੇ ਪਾਸੇ ਵਰਕਰ ਜਿਹੜੇ ਨੇ ਇਕੱਠੇ ਹੋ ਕੇ ਜੇ ਉਹ ਰੈਲੀ ਵੀ ਕਰਨ ਤਾਂ ਸਰਕਾਰ ਕੇਂਦਰ 'ਚ ਉਹਨਾਂ ਦੀ ਹੈ, ਔਰ ਉਹਨਾਂ ਨੂੰ ਖਰੀਦਣ ਦੀ, ਔਰ ਉਹਨਾਂ ਨੂੰ ਵੇਚਣ ਦੀ, ਔਰ ਉਹਨਾਂ ਨੂੰ ਖਾਣ ਦੀ ਉਹਨਾਂ ਕੋਲ ਸਮਰੱਥਾ ਹੈ। ਉਹਦਾ ਫਾਇਦਾ ਵੀ ਜਿਹੜਾ ਉਹ ਉਠਾ ਸਕਦੇ ਨੇ। ਲੇਕਿਨ ਦੂਰ ਅਸੀਂ ਤੌਰ ਦੇ ਉੱਤੇ ਇਸ ਦਾ ਜ਼ਿਮਨੀ ਚੋਣ ਦੇ ਉੱਤੇ ਕੋਈ ਬਹੁਤ ਪ੍ਰਭਾਵ ਪੈਣ ਵਾਲਾ ਜਿਹੜਾ ਉਹ ਨਹੀਂ ਹੈ। ਜੀ ਹਾਂਜੀ। ਸੋ ਐਸਪੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜੇ, ਆਪਣੇ ਵਿਚਾਰ ਰੱਖੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਇਹ ਸਨ ਡਾਕਟਰ ਐਸਪੀ ਸਿੰਘ, ਜਿਨ੍ਹਾਂ ਦੇ ਵੱਲੋਂ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਖੂਬਸੂਰਤ ਅੰਦਾਜ਼ ਦੇ ਨਾਲ ਚਰਚਾ ਕੀਤੀ ਗਈ ਹੈ। ਅਹਿਮ ਮੁੱਦਿਆਂ ਦੇ ਉੱਪਰ ਗੱਲ ਕੀਤੀ ਗਈ ਹੈ। ਗੱਲ ਕੀਤੀ ਗਈ ਹੈ ਕੇਜਰੀਵਾਲ ਦੇ ਉੱਪਰ, ਤੇ ਗੱਲ ਕੀਤੀ ਗਈ ਹੈ ਉਹਨਾਂ ਦੀ ਮਨਸ਼ਾ ਦੇ ਉੱਪਰ, ਜੋ ਸੀਬੀਆਈ ਸਾਹਮਣੇ ਅੱਜ ਪੇਸ਼ ਹੋਏ ਨੇ, ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ। ਵਿਸਥਾਰ ਦੇ ਨਾਲ ਚਰਚਾ ਕੀਤੀ ਹੈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।